ਰਿਸਪੈਕਟਡ ਟੀਚਰਸ ਐਂਡ ਮਾਈ ਡੀਅਰ ਸਟੂਡੈਂਟਸ, ਅੱਜ ਮੈਂ ਤੁਹਾਡੇ ਨਾਲ 8th ਸਾਇੰਸ ਲੈਸਨ ਨੰਬਰ 3 ਸਿੰਥੈਟਿਕ ਫਾਈਬਰਸ ਐਂਡ ਪਲਾਸਟਿਕ ਭਾਵ ਸੰਸਲਿਸ਼ਟ ਰੇਸ਼ੇ ਅਤੇ ਪਲਾਸਟਿਕ ਦੀ ਫੁੱਲ ਐਕਸਰਸਾਈਜ਼ ਸਾਂਝੀ ਕਰਨ ਜਾ ਰਿਹਾ ਹਾਂ। ਅਤੇ ਐਕਸਰਸਾਈਜ਼ ਤੋਂ ਪਹਿਲਾਂ ਇਸ ਦੇ ਕੁਝ ਬੇਸਿਕ ਟੌਪਿਕਸ ਜੋ ਨੇ ਉਸ ਨੂੰ ਵਿਸਥਾਰ ਨਾਲ ਤੁਹਾਡੇ ਨਾਲ ਮੈਂ ਸਾਂਝਾ ਕਰ ਰਿਹਾ ਹਾਂ। ਅਤੇ ਇਸ ਕਰਕੇ ਇਸ ਲੈਸਨ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਸ ਲੈਸਨ ਨੂੰ ਚੰਗੀ ਤਰ੍ਹਾਂ ਜੋ ਸਮਝਣਾ ਹੈ ਅਤੇ ਇਸ ਦੇ ਕੁਐਸਚਨ ਆਨਸਰ ਸਮਝਣ ਲਈ ਇਸ ਵੀਡੀਓ ਨੂੰ ਅਖੀਰ ਤੱਕ ਦੇਖਣਾ ਜੀ। ਪਾਠ ਨੰਬਰ 3 ਸੰਸਲਿਸ਼ਟ ਰੇਸ਼ੇ, ਕੁਝ ਮਹੱਤਵਪੂਰਨ ਡੈਫੀਨੇਸ਼ਨਸ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਿਹਾ ਹਾਂ। ਸਭ ਤੋਂ ਪਹਿਲੇ ਸੰਸਲਿਸ਼ਟ ਜਾਂ ਮਨੁੱਖ ਨਿਰਮਿਤ ਰੇਸ਼ੇ ਭਾਵ ਸਿੰਥੈਟਿਕ ਫਾਈਬਰ ਕੀ ਹੁੰਦੇ ਹਨ? ਜੋ ਰੇਸ਼ੇ ਰਸਾਇਣਿਕ ਪਦਾਰਥਾਂ ਦੀ ਵਰਤੋਂ ਕਰਕੇ ਫੈਕਟਰੀਆਂ ਵਿੱਚ ਮਨੁੱਖ ਦੁਆਰਾ ਤਿਆਰ ਕੀਤੇ ਜਾਂਦੇ ਹਨ ਉਹਨਾਂ ਨੂੰ ਸੰਸਲਿਸ਼ਟ ਜਾਂ ਮਨੁੱਖ ਨਿਰਮਿਤ ਰੇਸ਼ੇ ਆਖਦੇ ਹਨ। ਇਸੇ ਤਰ੍ਹਾਂ ਕੁਦਰਤੀ ਰੇਸ਼ੇ ਭਾਵ ਨੈਚੁਰਲ ਫਾਈਬਰ, ਜੋ ਰੇਸ਼ੇ ਕੁਦਰਤੀ ਸਰੋਤਾਂ ਜਿਵੇਂ ਪੌਦੇ ਜਾਂ ਜੰਤੂਆਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ ਉਹਨਾਂ ਨੂੰ ਕੁਦਰਤੀ ਰੇਸ਼ੇ ਆਖਦੇ ਹਨ। ਬਹੁਲਕ, ਜਦ ਕਿ ਛੋਟੀਆਂ ਇਕਾਈਆਂ ਮਿਲ ਕੇ ਇਕੱਲੀ ਵੱਡੀ ਇਕਾਈ ਬਣਾਉਂਦੇ ਹਨ ਉਸ ਨੂੰ ਬਹੁਲਕ ਆਖਦੇ ਹਨ। ਬਹੁਲਕ ਭਾਵ ਪੋਲੀਮਰ, ਛੋਟੀਆਂ ਇਕਾਈਆਂ ਮਤਲਬ ਮੋਨੋਮਰ। ਮੋਨੋਮਰ ਮਿਲ ਕੇ ਪੋਲੀਮਰ ਭਾਵ ਕਿ ਛੋਟੀਆਂ ਇਕਾਈਆਂ ਮਿਲ ਕੇ ਬਹੁਲਕ ਬਣਾਉਂਦੇ ਹਨ। ਸੈਲੂਲੋਜ਼, ਇਹ ਇੱਕ ਕੁਦਰਤੀ ਬਹੁਲਕ ਹੈ ਜਿਸ ਦਾ ਨਿਰਮਾਣ ਮੁੱਖ ਰੂਪ ਵਿੱਚ ਗਲੂਕੋਜ਼ ਦੀਆਂ ਛੋਟੀਆਂ ਇਕਾਈਆਂ ਨੂੰ ਜੋੜ ਕੇ ਹੋਇਆ ਹੈ। ਬਣਾਉਟੀ ਰੇਸ਼ਮ, ਇਹ ਇੱਕ ਮਨੁੱਖ ਨਿਰਮਿਤ ਰੇਸ਼ਾ ਹੈ ਜੋ ਕਿ ਲੱਕੜੀ ਦੇ ਪਲਪ ਦੀ ਰਸਾਇਣਕ ਕਿਰਿਆ ਨਾਲ ਪ੍ਰਾਪਤ ਹੁੰਦਾ ਹੈ। ਇਸ ਦੇ ਗੁਣ ਰੇਸ਼ਮ ਵਰਗੇ ਹੁੰਦੇ ਹਨ, ਇਸ ਲਈ ਇਸ ਨੂੰ ਬਣਾਉਣ ਲਈ ਰੇਸ਼ਮ ਜਾਂ ਰੇਯਾਨ ਆਖਦੇ ਹਨ। ਹਾਂਜੀ, ਇਸ ਲਈ ਇਸ ਨੂੰ ਕੀ ਆਖਦੇ ਹਾਂ ਆਪਾਂ? ਬਣਾਉਟੀ ਰੇਸ਼ਮ ਜਾਂ ਰੇਯਾਨ। ਭਾਵ ਬਣਾਉਟੀ ਰੇਸ਼ਮ ਮੀਨਸ ਆਰਟੀਫਿਸ਼ੀਅਲ ਸਿਲਕ। ਠੀਕ ਹੈ ਬੇਟੇ। ਹਾਂਜੀ, ਅਗਲਾ ਪੈਟਰੋ ਰਸਾਇਣ, ਪੈਟਰੋਕੈਮੀਕਲਸ। ਸਾਰੇ ਸੰਸਲਿਸ਼ਟ ਰੇਸ਼ੇ ਪੈਟਰੋਲੀਅਮ ਮੂਲ ਦੇ ਕੱਚੇ ਮਾਲ ਤੋਂ ਸੰਸਲਿਸ਼ਟ ਕੀਤੇ ਜਾਂਦੇ ਹਨ ਜਿਸ ਨੂੰ ਪੈਟਰੋ ਰਸਾਇਣ ਕਹਿੰਦੇ ਹਨ। ਭਾਵ ਕਿ ਕੀ ਕਹਿੰਦੇ ਆ? ਪੈਟਰੋਕੈਮੀਕਲਸ। ਹਾਂਜੀ, ਅੱਗੇ ਹੈ ਪੈਟ। ਇਹ ਇੱਕ ਪੋਲੀਐਸਟਰ ਭਾਵ ਕਿ ਪੋਲੀਇਥਾਈਲੀਨ ਟੈਰੇਪਥੈਲੇਟ ਹੈ। ਇਸ ਨੂੰ ਬੋਤਲਾਂ, ਬਰਤਨ, ਫਿਲਮਾਂ, ਤਾਰਾਂ ਆਦਿ ਦੇ ਨਿਰਮਾਣ ਲਈ ਕੀਤੀ ਜਾਂਦੀ ਹੈ। ਥਰਮੋਪਲਾਸਟਿਕ, ਜੋ ਪਲਾਸਟਿਕ ਗਰਮ ਕਰਨ 'ਤੇ ਆਸਾਨੀ ਨਾਲ ਰੂਪ ਬਦਲ ਲੈਂਦਾ ਹੈ ਅਤੇ ਜਿਸ ਦਾ ਦੁਬਾਰਾ ਚੱਕਰ ਕੀਤਾ ਜਾ ਸਕਦਾ ਹੈ ਇਸ ਨੂੰ ਥਰਮੋਪਲਾਸਟਿਕ ਕਹਿੰਦੇ ਹਨ। ਥਰਮੋਸੈਟਿੰਗ ਪਲਾਸਟਿਕ, ਜੋ ਪਲਾਸਟਿਕ ਗਰਮ ਕਰਨ 'ਤੇ ਰੂਪ ਨਹੀਂ ਬਦਲਦਾ ਅਤੇ ਜਿਸ ਦਾ ਦੁਬਾਰਾ ਚੱਕਰਨ ਨਹੀਂ ਕੀਤਾ ਜਾ ਸਕਦਾ ਉਸ ਨੂੰ ਥਰਮੋਸੈਟਿੰਗ ਪਲਾਸਟਿਕ ਕਹਿੰਦੇ ਹਨ। ਰੇਖੀ ਪਲਾਸਟਿਕ, ਪਲਾਸਟਿਕ ਦੀ ਇੱਕ ਬਹੁਲਕ ਹੈ ਜਿਸ ਪਲਾਸਟਿਕ ਵਿੱਚ ਛੋਟੀਆਂ ਇਕਾਈਆਂ ਇੱਕ ਰੇਖ ਵਿੱਚ ਜੁੜੀਆਂ ਹੁੰਦੀਆਂ ਹਨ, ਇਸ ਨੂੰ ਰੇਖੀ ਪਲਾਸਟਿਕ ਕਹਿੰਦੇ ਹਨ। ਕ੍ਰੋਸਬੱਧ ਪਲਾਸਟਿਕ, ਜਿਸ ਪਲਾਸਟਿਕ ਵਿੱਚ ਛੋਟੀਆਂ ਇਕਾਈਆਂ ਕ੍ਰੋਸਬੱਧ ਵਿਵਸਥਾ ਵਿੱਚ ਜੁੜੀਆਂ ਹੁੰਦੀਆਂ ਹਨ ਉਸ ਨੂੰ ਕ੍ਰਾਸਬੱਧ ਪਲਾਸਟਿਕ ਕਹਿੰਦੇ ਹਨ। ਜੈਵ ਵਿਘਟਨਸ਼ੀਲ, ਉਹ ਪਦਾਰਥ ਜਿਨ੍ਹਾਂ ਦਾ ਪ੍ਰਕਿਰਤਿਕ ਪ੍ਰਕਿਰਿਆ ਜਿਵੇਂ ਜੀਵਾਣੂਆਂ ਦੀ ਕਿਰਿਆ ਦੁਆਰਾ ਅਪਘਟਨ ਹੋ ਜਾਂਦਾ ਹੈ ਉਸ ਨੂੰ ਜੈਵ ਵਿਘਟਨਸ਼ੀਲ ਪਦਾਰਥ ਕਹਿੰਦੇ ਹਨ। ਅਤੇ ਅਜੈਵ ਵਿਘਟਨਸ਼ੀਲ ਪਦਾਰਥ ਕਿਹੜੇ ਕਿਹਾ ਬੇਟੇ? ਉਹ ਪਦਾਰਥ ਜਿਨ੍ਹਾਂ ਦਾ ਪ੍ਰਕਿਰਤਿਕ ਪ੍ਰਕਿਰਿਆ ਜਿਵੇਂ ਜੀਵਾਣੂਆਂ ਦੀ ਕਿਰਿਆ ਦੁਆਰਾ ਆਸਾਨੀ ਨਾਲ ਅਪਘਟਨ ਨਹੀਂ ਹੁੰਦਾ ਉਹਨਾਂ ਨੂੰ ਅਜੈਵ ਵਿਘਟਨਸ਼ੀਲ ਪਦਾਰਥ ਕਹਿੰਦੇ ਹਨ। ਭਾਵ ਉਹ ਗਲਦੇ ਸੜਦੇ ਨਹੀਂ। ਹਾਂਜੀ, ਹੁਣ ਅਭਿਆਸ ਦੇ ਪ੍ਰਸ਼ਨ। ਨੰਬਰ 1, ਕੁਝ ਰੇਸ਼ੇ ਸੰਸਲਿਸ਼ਟ ਰੇਸ਼ੇ ਕਿਉਂ ਅਖਵਾਉਂਦੇ ਹਨ? ਕੁਝ ਰੇਸ਼ੇ ਸੰਸਲਿਸ਼ਟ ਰੇਸ਼ੇ ਅਖਵਾਉਂਦੇ ਹਨ ਕਿਉਂਕਿ ਉਹ ਮਨੁੱਖ ਦੁਆਰਾ ਰਸਾਇਣਿਕ ਪਦਾਰਥਾਂ ਨਾਲ ਬਣਾਏ ਜਾਂਦੇ ਹਨ। ਇੱਕ ਸੰਸਲਿਸ਼ਟ ਰੇਸ਼ਾ ਛੋਟੀਆਂ ਇਕਾਈਆਂ ਨੂੰ ਜੋੜ ਕੇ ਬਣਾਈ ਗਈ ਇੱਕ ਲੰਬੀ ਲੜੀ ਹੁੰਦੀ ਹੈ। ਉਦਾਹਰਣ ਨਾਈਲਾਂ, ਪੋਲੀਐਸਟਰ ਅਤੇ ਐਕ੍ਰੈਲਿਕ। ਪ੍ਰਸ਼ਨ ਨੰਬਰ 2, ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਹਾਂਜੀ ਦੇਖੋ,
ਨੰਬਰ ਊੜਾ, ਇਸ ਦਾ ਰੂਪ ਰੇਯਾਨ ਲਈ, ਰੇਯਾਨ ਇੱਕ ਸੰਸਲਿਸ਼ਟ ਰੇਸ਼ਾ ਨਹੀਂ ਹੈ ਕਿਉਂਕਿ ਇਸ ਦਾ ਉੱਤਰ ਆਏਗਾ ਇਸ ਨੂੰ ਲੱਕੜੀ ਦੀ ਪਲਪ ਤੋਂ ਤਿਆਰ ਕੀਤਾ ਜਾਂਦਾ ਹੈ, ਇਸ ਕਰਕੇ ਇਹ ਕੁਦਰਤੀ ਰੇਸ਼ਾ ਆ, ਸੰਸਲਿਸ਼ਟ ਰੇਸ਼ਾ ਨਹੀਂ। ਨੰਬਰ 3 ਖਾਲੀ ਥਾਵਾਂ ਭਰਨੀਆਂ ਬੇਟੇ। ਊੜਾ, ਸੰਸਲਿਸ਼ਟ ਰੇਸ਼ੇ ਬਣਾਉਟੀ ਭਰਾਂਗੇ ਪਹਿਲੇ, ਬਣਾਉਟੀ ਅਤੇ ਮਨੁੱਖ ਨਿਰਮਿਤ ਰੇਸ਼ੇ ਦੀ ਵੀ ਅਖਵਾਉਂਦੇ ਹਨ। ਅਗਲੇ ਦੂਜੀ ਵਿੱਚ ਆਏਗਾ ਪੈਟਰੋ ਰਸਾਇਣ ਅਤੇ ਤੀਸਰੇ ਵਿੱਚ ਆਏਗਾ ਸੰਸਲਿਸ਼ਟ ਰੇਸ਼ੇ ਵਾਂਗ ਪਲਾਸਟਿਕ ਵੀ ਇੱਕ ਬਹੁਲਕ ਹੈ। ਇਸ ਖਾਲੀ ਥਾਵਾਂ ਨੂੰ ਧਿਆਨ ਨਾਲ ਪੜ੍ਹ ਲੈਣਾ ਅਤੇ ਕਰ ਲੈਣਾ। ਹਾਂਜੀ, ਪ੍ਰਸ਼ਨ ਨੰਬਰ 4 ਨਾਈਲੋਨ ਰੇਸ਼ੇ ਤੋਂ ਨਿਰਮਿਤ ਦੋ ਵਸਤਾਂ ਦੇ ਨਾਮ ਦੱਸੋ ਜੋ ਨਾਈਲੋਨ ਰੇਸ਼ੇ ਦੀ ਮਜ਼ਬੂਤੀ ਦਰਸਾਉਂਦੇ ਹੋਣ। ਉੱਤਰ, ਨਾਈਲੋਨ ਰੇਸ਼ੇ ਤੋਂ ਨਿਰਮਿਤ ਦੋ ਵਸਤਾਂ ਦੇ ਨਾਂ ਜੋ ਨਾਈਲੋਨ ਰੇਸ਼ੇ ਦੀ ਮਜ਼ਬੂਤੀ ਦਰਸਾਉਂਦੇ ਹਨ। ਨੰਬਰ 1 'ਤੇ ਪਹਾੜਾਂ 'ਤੇ ਚੜ੍ਹਨ ਲਈ ਵਰਤੇ ਜਾਣ ਵਾਲੇ ਪੈਰਾਸ਼ੂਟ ਅਤੇ ਰੱਸੇ ਨਾਈਲੋਨ ਰੇਸ਼ੇ ਦੇ ਬਣਦੇ ਹਨ, ਜਾਂ ਭਾਵ ਜਿਹੜੇ ਪੈਰਾਸ਼ੂਟ ਅਤੇ ਰੱਸੇ ਆ ਇਹ ਨਾਈਲੋਨ ਤੋਂ ਹੀ ਬਣਦੇ ਹਨ। ਖੇਡਾਂ ਦਾ ਸਮਾਨ ਨਾਈਲੋਨ ਰੇਸ਼ਿਆਂ ਤੋਂ ਹੀ ਬਣਦਾ ਹੈ, ਬਹੁਤ ਸਾਰਾ ਖੇਡਾਂ ਦਾ ਸਮਾਨ ਜਿਹੜਾ ਨਾਈਲੋਨ ਰੇਸ਼ਿਆਂ ਤੋਂ ਹੀ ਬਣਦਾ ਹੈ। ਨਾਈਲੋਨ ਰੇਸ਼ੇ ਕਾਰਾਂ ਦੀਆਂ ਸੀਟਾਂ ਦੇ ਕਵਰ, ਸਲੀਪਿੰਗ ਬੈਗ ਅਤੇ ਮੱਛੀਆਂ ਫੜਨ ਵਾਲੇ ਜਾਲ ਆਦਿ ਬਣਾਏ ਜਾਂਦੇ ਹਨ। ਇਸ ਤੋਂ ਇਲਾਵਾ ਵੀ ਬਹੁਤ ਤਰ੍ਹਾਂ ਦੇ ਪਦਾਰਥ ਬਣਾਏ ਜਾਂਦੇ ਹਨ, ਪਰ ਮੇਨ ਜਿਹੜੇ ਇੰਪੋਰਟੈਂਟ ਆਪਾਂ ਇਹਦੇ ਵਿੱਚ ਉਹ ਲਿਖੇ ਆ। ਪ੍ਰਸ਼ਨ ਨੰਬਰ 5 ਭੋਜਨ ਪਦਾਰਥਾਂ ਦੇ ਭੰਡਾਰਨ ਕਰਨ ਦੇ ਲਈ ਪਲਾਸਟਿਕ ਬਰਤਨਾਂ ਦੀ ਵਰਤੋਂ ਦੇ 3 ਪ੍ਰਮੁੱਖ ਲਾਭ ਦੱਸੋ। ਭਾਵ ਕਿ ਭੋਜਨ ਪਦਾਰਥਾਂ ਦੀ ਭੰਡਾਰਨ ਲਈ ਜਿਹੜੀ ਪਲਾਸਟਿਕ ਬਰਤਨਾਂ ਦੀ ਵਰਤੋਂ ਕਰਦੇ ਆ, ਉੱਦਾਂ ਤਾਂ ਇਹਦੀਆਂ ਬਹੁਤ ਸਾਰੀਆਂ ਹਾਨੀਆਂ ਵੀ ਆ, ਪਰ ਇੱਥੇ ਆਪਾਂ ਸਿਰਫ ਲਾਭ ਦੱਸਣੇ ਆ। 3 ਲਾਭ ਦੱਸੋ, ਉਹਨਾਂ ਨੇ ਪੁੱਛਿਆ ਨਾ ਸਾਨੂੰ। ਹਾਂਜੀ ਜੀ, ਇਸ ਦੇ ਲਾਭ ਆ ਨੰਬਰ 1 'ਤੇ ਕਿਉਂਕਿ ਪਲਾਸਟਿਕ ਇੱਕ ਅਕਿਰਿਆਸ਼ੀਲ ਪਦਾਰਥ ਆ, ਭਾਵ ਕਿਸੇ ਨਾਲ ਕਿਰਿਆ ਨਹੀਂ ਕਰਦਾ ਅਤੇ ਇਹ ਭੋਜਨ ਨਾਲ ਕਿਰਿਆ ਨਹੀਂ ਕਰਦੇ। ਇਹ ਘੱਟ ਕੀਮਤੀ ਅਤੇ ਮਜ਼ਬੂਤ ਹੁੰਦਾ ਹੈ। ਨੰਬਰ ਦੂਜਾ ਇਹਦਾ, ਇੱਕ ਤਾਂ ਕਿਰਿਆ ਨਹੀਂ ਕਰਦੇ, ਦੂਜਾ ਇਹ ਮਜ਼ਬੂਤ ਹੁੰਦਾ ਹੈ, ਸਸਤਾ ਹੁੰਦਾ ਹੈ। ਇਸ ਲਈ ਭੋਜਨ ਪਦਾਰਥਾਂ ਦੇ ਭੰਡਾਰਨ ਕਰਨ ਦੇ ਲਈ ਪਲਾਸਟਿਕ ਬਰਤਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰਸ਼ਨ ਨੰਬਰ 6 ਥਰਮੋਪਲਾਸਟਿਕ ਅਤੇ ਥਰਮੋਸੈਟਿੰਗ ਵਿੱਚ ਅੰਤਰ ਸਪਸ਼ਟ ਕਰੋ। ਉੱਤਰ, ਥਰਮੋਪਲਾਸਟਿਕ ਉਹ ਪਲਾਸਟਿਕ ਜੋ ਗਰਮ ਕਰਨ 'ਤੇ ਆਸਾਨੀ ਨਾਲ ਰੂਪ ਬਦਲ ਲੈਂਦਾ ਹੈ ਉਸ ਨੂੰ ਥਰਮੋਪਲਾਸਟਿਕ ਕਹਿੰਦੇ ਹਨ। ਥਰਮੋਸੈਟਿੰਗ ਉਹ ਪਲਾਸਟਿਕ ਜੋ ਗਰਮ ਕਰਨ 'ਤੇ ਆਸਾਨੀ ਨਾਲ ਰੂਪ ਨਹੀਂ ਬਦਲਦਾ ਉਸ ਨੂੰ ਥਰਮੋਸੈਟਿੰਗ ਕਹਿੰਦੇ ਹਨ। ਨੰਬਰ 2 'ਤੇ ਥਰਮੋਪਲਾਸਟਿਕ ਵਿੱਚ ਇਸ ਦਾ ਦੁਆਰਾ ਚੱਕਰਨ ਕੀਤਾ ਜਾ ਸਕਦਾ ਹੈ, ਭਾਵ ਰੀਸਾਈਕਲ ਕੀਤਾ ਜਾ ਸਕਦਾ ਥਰਮੋਪਲਾਸਟਿਕ ਨੂੰ, ਅਤੇ ਥਰਮੋਸੈਟਿੰਗ ਵਾਲੇ ਪਲਾਸਟਿਕ ਦਾ ਰੀਚਕਰਨ ਨਹੀਂ ਕੀਤਾ ਜਾ ਸਕਦਾ। ਇਹ ਆਸਾਨੀ ਨਾਲ ਮੁੜ ਸਕਦਾ ਹੈ, ਇਹ ਆਸਾਨੀ ਨਾਲ ਮੁੜ ਨਹੀਂ ਸਕਦਾ ਅਤੇ ਮੋੜਨ 'ਤੇ ਟੁੱਟ ਜਾਂਦਾ ਹੈ। ਹਾਂ ਬੇਟੇ, ਉੱਪਰ ਆਪਾਂ ਦੇਖਦੇ ਸੀ ਥਰਮੋਸੈਟਿੰਗ ਦਾ ਚੱਕਰਨ ਕੁਝ ਚੀਜ਼ਾਂ ਦਾ ਕਰ ਸਕਦੇ, ਵੈਸੇ ਕੁਝ ਦਾ ਨਹੀਂ ਵੀ ਕਰ ਸਕਦੇ ਆਪਾਂ। ਅੱਗੇ ਉਦਾਹਰਨ ਪੋਲੀਥੀਨ ਅਤੇ PVC। ਥਰਮੋਪਲਾਸਟਿਕ ਦੇ ਜਿਹੜੇ ਉਦਾਹਰਨ ਆ ਪੋਲੀਥੀਨ ਅਤੇ PVC, ਉੱਧਰ ਉਦਾਹਰਨ ਹੈ ਬੈਕੇਲਾਈਟ ਅਤੇ ਮੈਲਾਮਾਈਨ। ਜੀ ਪ੍ਰਸ਼ਨ ਨੰਬਰ 7 ਸਮਝਾਓ ਥਰਮੋਸੈਟਿੰਗ ਪਲਾਸਟਿਕ ਤੋਂ ਹੇਠ ਲਿਖੇ ਕਿਉਂ ਬਣਾਏ ਜਾਂਦੇ ਹਨ। ਨੰਬਰ ਊੜਾ ਪਤੀਲੇ ਦਾ ਹੱਥਾ, ਨੰਬਰ ਐੜਾ ਬਿਜਲੀ ਦੇ ਪਲੱਗ, ਸਵਿੱਚ, ਪਲੱਗ ਬੋਰਡ ਆਦਿ। ਉੱਤਰ, ਊੜੇ ਦਾ ਪਤੀਲੇ ਦਾ ਹੱਥਾ ਥਰਮੋਸੈਟਿਕ ਪਲਾਸਟਿਕ ਦਾ ਇਸ ਲਈ ਬਣਾਇਆ ਜਾਂਦਾ ਹੈ ਕਿਉਂਕਿ ਇਹ ਤਾਪ ਦਾ ਕੁਚਾਲਕ ਹੁੰਦਾ ਹੈ ਅਤੇ ਗਰਮ ਹੋਣ 'ਤੇ ਪਿਘਲਦੇ ਨਹੀਂ। ਨੰਬਰ 2 ਐੜਾ ਬਿਜਲੀ ਦੇ ਪਲੱਗ, ਸਵਿੱਚ, ਬੋਰਡ ਆਦਿ ਥਰਮੋਸੈਟਿਕ ਪਲਾਸਟਿਕ ਬੈਕੇਲਾਈਟ ਦੇ ਇਸ ਲਈ ਬਣਾਏ ਜਾਂਦੇ ਹਨ ਕਿਉਂਕਿ ਇਹ ਬਿਜਲੀ ਦਾ ਕੁਚਾਲਕ ਹੈ, ਕਿਉਂਕਿ ਇਹਨਾਂ ਵਿੱਚੋਂ ਬਿਜਲੀ ਨਹੀਂ ਲੰਘ ਸਕਦੀ ਅਤੇ ਅਸੀਂ ਕਰੰਟ ਆਦਿ ਦੇ ਲੱਗਣ ਤੋਂ ਬਚ ਸਕਦੇ ਹਾਂ। ਪ੍ਰਸ਼ਨ ਨੰਬਰ 8 ਹੇਠ ਲਿਖੇ ਪਦਾਰਥਾਂ ਨੂੰ ਦੁਆਰਾ ਚੱਕਰਿਤ ਕੀਤਾ ਜਾ ਸਕਦਾ ਹੈ ਅਤੇ ਦੁਆਰਾ ਚੱਕਰਿਤ ਨਹੀਂ ਕੀਤਾ ਜਾ ਸਕਦਾ ਹੈ, ਵਿੱਚ ਵਰਗੀਕ੍ਰਿਤ ਕਰੋ ਕਿਹੜੇ ਰੀਸਾਈਕਲ ਕਰ ਸਕਦੇ ਹਾਂ, ਕਿਹੜੇ ਪਦਾਰਥ ਰੀਸਾਈਕਲ ਨਹੀਂ ਕਰਦੇ। ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ, ਜਿਹੜੇ ਚੱਕਰਿਤ ਕਰ ਸਕਦੇ ਭਾਵ ਰੀਸਾਈਕਲ ਵਾਲੇ ਪਲਾਸਟਿਕ ਖਿਡੌਣੇ, ਸਮਾਨ ਲਿਆਉਣ ਵਾਲੇ ਥੈਲੇ, ਬਾਲ ਪੁਆਇੰਟ ਪਿੰਨ, ਪਲਾਸਟਿਕ ਦੀਆਂ ਕੌਲੀਆਂ ਆਦਿ ਨੂੰ ਰੀਸਾਈਕਲ ਕਰ ਸਕਦੇ ਹਾਂ। ਜਿਹਨਾਂ ਨੂੰ ਨਹੀਂ ਕਰ ਸਕਦੇ ਟੈਲੀਫੋਨ ਯੰਤਰ, ਕੁੱਕਰ ਦੇ ਹੱਥ ਅਤੇ ਬਿਜਲੀ ਦੇ ਸਵਿੱਚ ਆਦਿ, ਇਹਨਾਂ ਨੂੰ ਆਪਾਂ ਰੀਸਾਈਕਲ ਨਹੀਂ ਕਰ ਸਕਦੇ।
हाँ जी, अगे बेटे ਜਿਹੜੇ ਬਿਜਲੀ ਦੀਆਂ ਤਾਰਾਂ ਦੇ ਪਲਾਸਟਿਕ ਕਵਰ ਹੁੰਦੇ ਆ ਤੇ ਪਲਾਸਟਿਕ ਦੀਆਂ ਕੁਰਸੀਆਂ ਆਦਿ ਵੀ ਜਿਹੜੀ ਆਪਾਂ ਰੀਸਾਈਕਲ ਕਰ ਸਕਦੇ ਹਾਂ, ਭਾਵ ਕਿ ਇਹਨਾਂ ਦਾ ਵੀ ਜਿਹੜਾ ਪੁਨਰ ਚੱਕਰ ਸੰਭਵ ਹੈ। ਅੱਗੇ ਨੰਬਰ 9, ਰਾਣਾ ਗਰਮੀਆਂ ਦੀਆਂ ਕਮੀਜ਼ਾਂ ਖਰੀਦਣੀਆਂ ਚਾਹੁੰਦਾ ਹੈ, ਉਸ ਨੂੰ ਸੂਤੀ ਕਮੀਜ਼ਾਂ ਖਰੀਦਣੀਆਂ ਚਾਹੀਦੀਆਂ ਜਾਂ ਸੰਸਲਿਸ਼ਟ। ਕਾਰਨ ਸਹਿਤ ਰਾਣਾ ਨੂੰ ਸਲਾਹ ਦਿਓ। ਉੱਤਰ, ਸੂਤੀ ਕਮੀਜ਼ਾਂ ਪਸੀਨਾ ਸੋਖ ਲੈਂਦੀਆਂ ਹਨ। ਜਦੋਂ ਪਸੀਨਾ ਵਾਸ਼ਪ ਹੁੰਦਾ ਹੈ ਤਾਂ ਸਰੀਰ ਨੂੰ ਠੰਡਕ ਮਿਲਦੀ ਹੈ, ਇਸ ਲਈ ਰਾਣੇ ਨੂੰ ਗਰਮੀਆਂ ਵਿੱਚ ਸੂਤੀ ਕਮੀਜ਼ਾਂ ਹੀ ਖਰੀਦਣੀਆਂ ਚਾਹੀਦੀਆਂ ਹਨ, ਨਾ ਕਿ ਸੰਸਲਿਸ਼ਟ। ਉੱਤਰ 10, ਪ੍ਰਸ਼ਨ ਨੰਬਰ 10, ਉਦਾਹਰਨ ਦੁਆਰਾ ਪ੍ਰਦਰਸ਼ਿਤ ਕਰੋ ਕਿ ਪਲਾਸਟਿਕ ਦਾ ਸੁਭਾਅ ਅਣਖੋਰ ਹੁੰਦਾ ਹੈ। ਉੱਤਰ, ਪਲਾਸਟਿਕ ਦਾ ਸੁਭਾਅ ਅਣਖੋਰ ਹੈ, ਇਹ ਰਸਾਇਣਕ ਪਦਾਰਥਾਂ ਨਾਲ ਵੀ ਕਿਰਿਆ ਨਹੀਂ ਕਰਦਾ। ਉਦਾਹਰਨ, ਅਸੀਂ ਸਾਰੇ ਰਸਾਇਣਕ ਪਦਾਰਥ ਪਲਾਸਟਿਕ ਦੀਆਂ ਬੋਤਲਾਂ ਵਿੱਚ ਹੀ ਭੰਡਾਰਨ ਕਰਦੇ ਹਾਂ, ਧਾਤਾਂ ਦੀਆਂ ਬੋਤਲਾਂ ਵਿੱਚ ਨਹੀਂ ਕਰਦੇ, ਕਿਉਂਕਿ ਰਸਾਇਣਕ ਜਿਹੜੇ ਆ ਇਹ ਜਿਹੜੇ ਪਲਾਸਟਿਕ ਆ ਇਹ ਅਣਖੋਰ ਆ, ਭਾਵ ਕਿ ਰਸਾਇਣਕਾਂ ਨਾਲ ਕਿਰਿਆ ਨਹੀਂ ਕਰਦੀ। ਪ੍ਰਸ਼ਨ ਨੰਬਰ 11, ਕੀ ਦੰਦ ਸਾਫ਼ ਕਰਨ ਵਾਲੇ ਬਰੱਸ਼ ਦੇ ਵਾਲ ਬ੍ਰਿਸਲ ਜਿਹਨੂੰ ਕਹਿੰਦੇ ਆਪਾਂ ਅਤੇ ਹੱਥਾਂ ਇੱਕ ਹੀ ਪਦਾਰਥ ਦੇ ਬਣਨੇ ਚਾਹੀਦੇ ਹਨ? ਆਪਣਾ ਉੱਤਰ ਸਪਸ਼ਟ ਕਰੋ। ਉੱਤਰ ਹੈ, ਦੰਦ ਸਾਫ਼ ਕਰਨ ਵਾਲੇ ਬੁਰਸ਼ ਦੇ ਵਾਲ ਭਾਵ ਜਿਹੜੇ ਬ੍ਰਿਸਲ ਆ ਅਤੇ ਹੱਥਾਂ ਇੱਕ ਹੀ ਪਦਾਰਥ ਦੇ ਨਹੀਂ ਬਣਨੇ ਚਾਹੀਦੇ, ਕਿਉਂਕਿ ਬਰੱਸ਼ ਦਾ ਜਿਹੜਾ ਹੱਥਾ ਸਖਤ ਅਤੇ ਮਜ਼ਬੂਤ ਹੋਣਾ ਚਾਹੀਦਾ ਹੈ ਅਤੇ ਹੁੰਦਾ ਹੈ, ਜਦ ਕਿ ਇਸ ਦੇ ਵਾਲ ਜਿਹੜੇ ਆ ਉਹ ਬ੍ਰਿਸਲ ਨਰਮ ਅਤੇ ਲਚਕਦਾਰ ਹੁੰਦੇ ਹਨ, ਇਸ ਕਰਕੇ ਇਹ ਅਲੱਗ-ਅਲੱਗ ਪਦਾਰਥ ਦੇ ਹੀ ਬਣਨੇ ਹਨ। ਪ੍ਰਸ਼ਨ ਨੰਬਰ 12, ਜਿੱਥੋਂ ਤੱਕ ਸੰਭਵ ਹੋ ਸਕੇ ਪਲਾਸਟਿਕ ਦੀ ਵਰਤੋਂ ਤੋਂ ਬਚੋ, ਇਸ ਦੇ ਕਾਰਨ ਅਤੇ ਸਲਾਹ ਦਿਓ। ਹਾਂਜੀ ਬੇਟੇ, ਜਿੱਦਾਂ ਆਪਾਂ ਪਿੱਛੇ ਪੜ੍ਹਦੇ ਸੀ ਉਹਦੇ ਆਪਾਂ ਕੁਝ ਲਾਭ ਪੜ੍ਹੇ ਸੀ ਅਤੇ ਨਾਲ ਹੁਣ ਉਹਦੀਆਂ ਹਾਨੀਆਂ ਦੇਖਾਂਗੇ। ਸਾਨੂੰ ਫਿਰ ਵੀ ਕਹਿੰਦੇ ਵੀ ਬਚਣਾ ਚਾਹੀਦਾ ਇਸ ਤੋਂ। ਕਿਉਂ ਬਚਣਾ ਚਾਹੀਦਾ ਦੇਖਦੇ ਹਾਂ। ਜਿੱਥੋਂ ਤੱਕ ਸੰਭਵ ਹੋ ਸਕੇ ਪਲਾਸਟਿਕ ਦੀ ਵਰਤੋਂ ਤੋਂ ਬਚੋ, ਕਿਉਂਕਿ ਇਹ ਇੱਕ ਜੈਵ ਅਵਿਘਟਨਸ਼ੀਲ ਪਦਾਰਥ ਹੈ, ਭਾਵ ਗਲਦਾ ਸੜਦਾ ਨਹੀਂ। ਇਹ ਵਾਤਾਵਰਨ ਵਿੱਚ ਜਲਦੀ ਅਪਘਟਿਤ ਨਹੀਂ ਹੁੰਦਾ ਅਤੇ ਵਾਤਾਵਰਨ ਦੋਸਤਾਨਾ ਨਹੀਂ ਹੁੰਦਾ, ਭਾਵ ਕਿ ਸਾਡੇ ਵਾਤਾਵਰਨ ਨੂੰ ਖਰਾਬ ਕਰਦਾ ਹੈ। ਇਹ ਵਾਤਾਵਰਨ ਦੇ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਇਹ ਜਲਣ ਅਤੇ ਜ਼ਹਿਰੀਲਾ ਧੂੰਆਂ ਪੈਦਾ ਕਰਦਾ ਹੈ ਅਤੇ ਵਾਤਾਵਰਨ ਨੂੰ ਦੂਸ਼ਿਤ ਕਰਦਾ ਹੈ ਅਤੇ ਸਾਡੀ ਧਰਤੀ ਨੂੰ ਵੀ ਖਰਾਬ ਕਰਦਾ ਹੈ। ਅੱਗੇ ਬੇਟੇ ਕਾਲਮ ਮੈਚ ਕਰਨੀ ਆ। ਦੇਖੋ ਇਹਨਾਂ ਵਿੱਚ ਤੁਸੀਂ ਕਿੱਦਾਂ ਕਰਨਾ, ਕਾਲਮ ਮੈਚ ਕਰੋ। ਦੇਖੋ ਜਿਹੜਾ ਪੋਲੀਐਸਟਰ ਆ ਉਹ ਕੱਪੜੇ ਵਿੱਚ ਆਸਾਨੀ ਨਾਲ ਬੱਟ ਨਹੀਂ ਪੈਂਦੇ, ਇਹਦੇ ਨਾਲ ਮੈਚ ਕਰ ਲਓ। ਦੂਜਾ ਜਿਹੜਾ ਟੈਫਲੋਨ ਆ ਇਹ ਨਾ ਚਿਪਕਣ ਵਾਲੇ ਭੋਜਨ ਪਦਾਰਥਾਂ ਵਾਲੇ ਬਰਤਨਾਂ ਦੇ ਨਿਰਮਾਣ ਵਿੱਚ ਵਰਤਿਆ ਜਾਂਦਾ ਹੈ, ਇਹਦੇ ਨਾਲ ਮੈਚ ਕਰ ਲਓ। ਅਤੇ ਅੱਗੇ ਜੋ ਰੇਯਾਨ ਆ ਇਹ ਕੀ ਆ, ਲੱਕੜੀ ਦੀ ਪਲਪ ਦੀ ਵਰਤੋਂ ਕਰਕੇ ਤਿਆਰ ਕੀਤਾ ਜਾਂਦਾ ਹੈ। ਨਾਈਲੋਨ ਪੈਰਾਸ਼ੂਟ ਅਤੇ ਜੁਰਾਬਾਂ ਬਣਾਉਣ ਲਈ ਵਰਤਿਆ ਜਾਂਦਾ ਹੈ, ਇਹਦੇ ਨਾਲ ਮੈਚ ਕਰਾਂਗੇ ਆਪਾਂ। ਪ੍ਰਸ਼ਨ ਨੰਬਰ 14, ਸੰਸਲਿਸ਼ਟ ਰੇਸ਼ਿਆਂ ਦਾ ਉਦਯੋਗਿਕ ਨਿਰਮਾਣ ਅਸਲ ਵਿੱਚ ਜੰਗਲਾਂ ਦੇ ਸੰਰਖਣ ਵਿੱਚ ਸਹਾਇਕ ਹੋ ਰਿਹਾ ਹੈ। ਟਿੱਪਣੀ ਕਰੋ। ਜਿੱਦਾਂ ਆਪਾਂ ਦੇਖਦੇ ਵੀ ਸੰਸਲਿਸ਼ਟ ਰੇਸ਼ੇ ਜਿਹੜੇ ਆ ਉਹ ਸਾਡੇ ਜੰਗਲਾਂ ਦੇ ਕਿੱਦਾਂ ਬਚਾਅ ਕਰਦੇ ਆ। ਦੇਖੋ ਕੁਦਰਤੀ ਰੇਸ਼ੇ ਬਣਾਉਣ ਵਿੱਚ ਕੱਚਾ ਮਾਲ ਜੰਗਲਾਂ ਤੋਂ ਪ੍ਰਾਪਤ ਹੁੰਦਾ ਹੈ, ਇਸ ਲਈ ਬਹੁਤ ਸਾਰੇ ਜੰਗਲਾਂ ਨੂੰ ਕੱਟਣਾ ਪੈਂਦਾ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਜੰਗਲਾਂ ਦੇ ਸੰਰਖਣ ਵਿੱਚ ਸੰਸਲਿਸ਼ਟ ਰੇਸ਼ਿਆਂ ਦਾ ਉਦਯੋਗਿਕ ਨਿਰਮਾਣ ਸਹਾਇਕ ਹੋ ਰਿਹਾ ਹੈ, ਕਿਉਂਕਿ ਉਹਨੂੰ ਜਿਹੜਾ ਕੱਚੇ ਮਾਲ ਲਈ ਸਾਨੂੰ ਜੰਗਲਾਂ ਦੀ ਲੋੜ ਨਹੀਂ ਪੈਂਦੀ। ਇਸ ਕਰਕੇ ਸੰਸਲਿਸ਼ਟ ਰੇਸ਼ੇ ਜਿਹੜੇ ਆ ਸਾਡੇ ਜੰਗਲਾਂ ਦੇ ਨਿਰਮਾਣ ਤੋਂ ਸਾਨੂੰ ਜਿਹੜੇ ਸੰਸਲਿਸ਼ਟ ਰੇਸ਼ਿਆਂ ਦਾ ਨਿਰਮਾਣ ਆ ਜੰਗਲਾਂ ਦੇ ਬਚਾਅ ਲਈ ਸਾਡੇ ਲਈ ਬਹੁਤ ਲਾਭਦਾਇਕ ਆ ਅਤੇ ਇਸ ਤਰ੍ਹਾਂ ਸਾਨੂੰ ਜੰਗਲ ਕੱਟਣ ਦੀ ਭਾਵ ਦਰਖਤ ਜ਼ਿਆਦਾ ਕੱਟਣ ਦੀ ਲੋੜ ਨਹੀਂ ਪੈਂਦੀ। ਪ੍ਰਸ਼ਨ ਨੰਬਰ 15, ਇਹ ਪ੍ਰਦਰਸ਼ਨ ਕਰਨ ਲਈ ਇੱਕ ਕਿਰਿਆ ਦਾ ਵਰਣਨ ਕਰੋ ਕਿ ਥਰਮੋਪਲਾਸਟਿਕ ਬਿਜਲੀ ਦਾ ਕੁਚਾਲਕ ਹੈ। ਉੱਤਰ ਬੇਟੇ ਇਸ ਤਰ੍ਹਾਂ ਆਪਾਂ ਇੱਕ ਸਰਕਟ ਬਣਾ ਲੈਣਾ ਜਿਸ ਤਰ੍ਹਾਂ ਤੁਸੀਂ ਪਹਿਲੇ ਵੀ ਕਰਦੇ ਆਏ ਹਾਂ, ਅਤੇ ਅਸੀਂ ਇਹਦੇ ਵਿੱਚ ਕੀ ਆ, ਇੱਕ ਬਲਬ, ਕੁਝ ਤਾਰਾਂ, ਇੱਕ ਬੈਟਰੀ, ਇੱਕ ਧਾਤ ਦਾ ਟੁਕੜਾ ਅਤੇ ਪਲਾਸਟਿਕ ਦੀ ਪਾਈਪ ਚਾਹੀਦੀ ਹੈ। ਇਸ ਕਿਰਿਆ ਕਰਨ ਤੋਂ ਬਾਅਦ ਅਸੀਂ ਵੇਖਦੇ ਹਾਂ ਕਿ ਧਾਤ ਦੇ ਟੁਕੜੇ ਨਾਲ ਬਲਬ ਚਮਕਦਾ ਹੈ ਜਦੋਂ ਧਾਤ ਦੇ ਟੁਕੜੇ ਨਾਲ ਜੋੜਦੇ ਹਾਂ, ਅਤੇ ਜਦੋਂ ਥਰਮੋਪਲਾਸਟਿਕ ਦੀ ਪਾਈਪ ਨਾਲ ਜੋੜਦੇ ਹਾਂ ਸਰਕਟ ਪੂਰਾ ਕਰਨ ਲਈ ਤਾਂ ਬਲਬ ਨਹੀਂ ਚਮਕਦਾ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਥਰਮੋਪਲਾਸਟਿਕ ਜਿਹੜਾ ਬਿਜਲੀ ਦਾ ਕੁਚਾਲਕ ਹੈ। ਚਿੱਤਰ ਬਣਾਇਆ ਹੋਇਆ ਹੈ, ਇਸ ਨੂੰ ਧਿਆਨ ਨਾਲ ਦੇਖ ਲੈਣਾ ਤੁਸੀਂ। ਸੋ ਪਿਆਰੇ ਵਿਦਿਆਰਥੀਓ, ਮੇਰਾ ਜੋ ਇਹ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਹੈ ਕਿ ਸਾਡੇ ਜੋ ਵਿਦਿਆਰਥੀ ਹਨ ਉਹ ਆਸਾਨੀ ਨਾਲ ਜਿਹੜੀ ਇਹਨਾਂ ਦੀ ਐਕਸਰਸਾਈਜ਼ ਆ
ਉਹ ਸਾਡੇ ਬੱਚਿਆਂ ਨੂੰ ਜੋ ਪ੍ਰਸ਼ਨ ਉੱਤਰ ਹਨ ਉਹ ਚੰਗੀ ਤਰ੍ਹਾਂ ਸਮਝ ਆ ਸਕਣ। ਅਤੇ ਸਾਡੇ ਬਹੁਤ ਸਾਰੇ ਵਿਦਿਆਰਥੀ ਪਿੰਡਾਂ ਵਿੱਚ ਰਹਿੰਦੇ ਹਨ ਅਤੇ ਕਈ ਵਾਰ ਪਿੰਡਾਂ ਵਿੱਚ ਕੋਈ ਲਾਈਟ ਨਹੀਂ ਹੁੰਦੀ ਅਤੇ ਐਗਜ਼ਾਮ ਦੇ ਦਿਨਾਂ ਵਿੱਚ ਉਹਨਾਂ ਨੇ ਜੋ ਆਪਣੀ ਤਿਆਰੀ ਕਰਨੀ ਹੁੰਦੀ ਹੈ, ਤੁਸੀਂ ਕਿਤੇ ਵੀ ਬੈਠ ਕੇ, ਕਈ ਵਾਰੀ ਤੁਸੀਂ ਬੱਸ ਵਿੱਚ ਸਫ਼ਰ ਕਰ ਰਹੇ ਹੋ, ਕਿਤੇ ਵੀ ਗਏ ਹੋਏ ਹੋ, ਤੁਹਾਡੇ ਫ਼ੋਨ ਦੇ ਵਿੱਚ ਤੁਸੀਂ ਜਦੋਂ ਮਰਜ਼ੀ ਇਹ ਬੈਠ ਕੇ ਤੁਸੀਂ ਆਪਣੇ ਕੁਐਸਚਨ ਆਨਸਰ ਜਿਹੜਾ ਪ੍ਰਸ਼ਨ ਉੱਤਰ ਆਸਾਨੀ ਨਾਲ ਸਮਝ ਸਕਦੇ ਹੋ। ਇਸ ਕਰਕੇ ਇਸ ਤਰ੍ਹਾਂ ਦੇ ਲਗਭਗ ਮੈਂ ਸਾਰੇ ਲੈਸਨ ਜਿਹੜੇ ਆ ਹਰੇਕ ਕਲਾਸ ਦੇ ਸਾਇੰਸ ਦੇ 8ਵੀਂ ਔਰ 10ਵੀਂ ਦੇ ਮੈਂ ਹੌਲੀ ਹੌਲੀ ਜੋ ਤਿਆਰ ਕਰ ਰਿਹਾ ਹਾਂ ਅਤੇ ਤੁਹਾਡੇ ਨਾਲ ਸਾਂਝਾ ਕਰਦਾ ਰਹਾਂਗਾ। ਇਸ ਕਰਕੇ ਪਲੀਜ਼ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਐਂਡ ਸ਼ੇਅਰ ਕਰੋ ਅਤੇ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾਇਓ ਤਾਂ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਅਤੇ ਮੇਰੇ ਬਣਾਈ ਹੋਈ ਵੀਡੀਓਜ਼ ਦਾ ਤੁਹਾਨੂੰ ਵੱਧ ਤੋਂ ਵੱਧ ਫਾਇਦਾ ਹੋ ਸਕੇ। ਆਲ ਦਾ ਬੈਸਟ, ਥੈਂਕਸ।